ਕਿ ਕੇਂਦਰ ਸਰਕਾਰ ਆਮ ਆਦਮੀ ਪਾਰਟੀ ਤੋਂ ਡਰੀ ਹੋਈ ਹੈ। ਕਾਹਦਾ ਡਰ ਪੈ ਗਿਆ ਕੇਂਦਰ ਸਰਕਾਰ ਨੂੰ, ਜਿਹੜਾ 2014 ਤੋਂ ਰਾਜ ਕਰਦੀ ਆ ਰਹੀ ਹੈ, ਹੁਣ ਆ ਕੇ ਕਿਸ ਚੀਜ਼ ਦਾ ਡਰ ਪੈ ਗਿਆ? ਸਰਾਸਰ ਧੱਕਾ ਜਿਹੜੀ ਕੇਂਦਰ ਸਰਕਾਰ ਹੈ, ਬੀਜੇਪੀ ਦੀ ਸਰਕਾਰ ਹੈ ਜਿਹੜੀ, ਉਹ ਬਹੁਤ ਜ਼ਿਆਦਾ ਇਸ ਮਾਮਲੇ ਦੇ ਵਿੱਚ ਧੱਕਾ ਕਰ ਰਹੀ ਹੈ। ਹੱਥ ਤਾਂ ਆਇਆ ਪਰ ਮੂੰਹ ਨਹੀਂ ਲੱਗਿਆ। ਇੱਕ ਬੜਾ ਪ੍ਰਚਲਿਤ ਅਖਾਣ ਹੈ, ਇੱਕ ਕਹਾਵਤ ਬੜੀ ਪ੍ਰਚਲਿਤ ਹੈ ਕਿ ਹੱਥ ਤਾਂ ਆਇਆ ਪਰ ਮੂੰਹ ਨਹੀਂ ਲੱਗਿਆ। ਇਹੋ ਜੀ ਸਿਆਸਤ ਹੁਣ ਦਿੱਲੀ ਦੇ ਵਿੱਚ ਨਜ਼ਰ ਆ ਰਹੀ ਹੈ। ਇੱਕ ਤਾਂ ਮਸਾਂ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਅਧਿਕਾਰ ਹੱਥ ਲੱਗੇ ਸੀ ਦਿੱਲੀ ਸਰਕਾਰ ਦੇ, ਦਿੱਲੀ ਦੀ ਚੁਣੀ ਹੋਈ ਸਰਕਾਰ ਦੇ। ਹੁਣ ਦੂਜੇ ਪਾਸੇ ਕੇਂਦਰ ਵੱਲੋਂ ਆਰਡੀਨੈਂਸ ਲਿਆਇਆ ਜਾਂਦਾ ਹੈ। ਆਰਡੀਨੈਂਸ ਲਿਆ ਕੇ ਰਾਸ਼ਟਰਪਤੀ ਵੱਲੋਂ ਸਾਈਨ ਕੀਤੀ ਚਿੱਠੀ ਜਿਹੜੀ ਆ ਅਗਾਂਹ ਕਰ ਦਿੱਤੀ ਜਾਂਦੀ ਹੈ ਤੇ ਉਸ ਚਿੱਠੀ ਦੇ ਵਿੱਚ ਇਸ ਆਰਡੀਨੈਂਸ ਦੀਆਂ ਮੁੱਖ ਧਾਰਾਵਾਂ ਲਿਖੀਆਂ ਹੁੰਦੀਆਂ ਨੇ। ਆਰਡੀਨੈਂਸ ਦੇ ਮੁਤਾਬਕ ਜਿਹੜਾ ਸਭ ਤੋਂ ਪ੍ਰਚਲਿਤ ਅਧਿਕਾਰ ਸੀ, ਜਿਸ ਵਾਸਤੇ ਸੰਘਰਸ਼ ਚੱਲ ਰਿਹਾ ਸੀ, ਯਾਨੀ ਕਿ ਜਿਹੜੇ ਏ ਕਲਾਸ ਅਫਸਰ ਨੇ ਉਹਨਾਂ ਦੀ ਟ੍ਰਾਂਸਫਰ ਸੰਬੰਧੀ ਜਿਹੜੇ ਹੱਕ ਹੋਣਗੇ ਉਹ ਵਾਪਸ ਲੈਫਟੀਨੈਂਟ ਗਵਰਨਰ ਕੋਲ ਹੋ ਜਾਣ, ਇਸ ਵਾਸਤੇ ਆਰਡੀਨੈਂਸ ਜਿਹੜਾ ਲਿਆਂਦਾ ਗਿਆ। ਹੁਣ ਆਰਡੀਨੈਂਸ ਦੇ ਉੱਤੇ ਚੋਣਾਂ ਹੋਣਗੀਆਂ, ਚੋਣਾਂ ਤੋਂ ਬਾਅਦ ਇੱਕ ਲੋਕ ਸਭਾ ਚੋਣਾਂ ਦਾ ਦੌਰ ਵੀ ਆਵੇਗਾ। ਉਸ ਉੱਤੇ ਹੁਣ ਵਿਵਾਦ ਖੜਾ ਹੋਇਆ ਹੈ ਕਿ ਆਰਡੀਨੈਂਸ ਨਾਲ ਕਿਸ ਤਰ੍ਹਾਂ ਨਜਿੱਠਿਆ ਜਾਵੇ। ਅਰਵਿੰਦ ਕੇਜਰੀਵਾਲ ਹੁਣ ਵੱਖ-ਵੱਖ ਥਾਵਾਂ ਉੱਤੇ ਜਿਹੜੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਨੇ ਉਹਨਾਂ ਦੇ ਨਾਲ ਮੀਟਿੰਗਸ ਕਰਨ ਦੇ ਵਿੱਚ ਰੁੱਝ ਗਏ ਨੇ। ਇਹੋ ਜਿਹਾ ਦੇਖਿਆ ਜਾ ਸਕਦਾ ਹੈ ਕਿ ਕਿਤੇ ਨਾ ਕਿਤੇ ਰਾਹੁਲ ਗਾਂਧੀ ਵਾਲੀ ਬਿਰਤੀ ਅਪਣਾਉਂਦੇ ਦਿਖਾਈ ਦੇ ਰਹੇ ਨੇ। ਵੱਖ-ਵੱਖ ਥਾਵਾਂ ਤੇ ਜਾ ਕੇ ਮੇਲ ਜੋਲ ਵਧਾਇਆ ਜਾ ਰਿਹਾ ਹੈ ਤੇ ਕੇਂਦਰੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਜਾ ਰਿਹਾ। ਸਾਡੇ ਨਾਲ ਇਸ ਉੱਤੇ ਹੀ ਚਰਚਾ ਕਰਨ ਲਈ ਬੈਠੇ ਨੇ ਦੇਸਰਾਜ ਕਾਲੀ, ਸੀਨੀਅਰ ਪੱਤਰਕਾਰ ਤੇ ਲੇਖਕ। ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ। ਸਭ ਤੋਂ ਪਹਿਲਾਂ ਬਹੁਤ ਸਵਾਗਤ ਹੈ ਸਰ। ਮਿਹਰਬਾਨੀ ਸਾਹਿਬ, ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਆਰਡੀਨੈਂਸ ਆ ਗਿਆ, ਆਰਡੀਨੈਂਸ ਦੇ ਵਿੱਚ ਹੁਣ ਆਰਡੀਨੈਂਸ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਗਿਆ ਅਰਵਿੰਦ ਕੇਜਰੀਵਾਲ ਵੱਲੋਂ, ਆਮ ਆਦਮੀ ਪਾਰਟੀ ਵੱਲੋਂ। ਕਿਸ ਤਰ੍ਹਾਂ ਸਾਰੇ ਮਾਮਲੇ ਨੂੰ ਦੇਖ ਰਹੇ ਹੋ? ਦੇਖੋ, ਸਰਾਸਰ ਧੱਕਾ ਹੈ ਜਿਹੜੀ ਕੇਂਦਰ ਸਰਕਾਰ ਹੈ, ਬੀਜੇਪੀ ਦੀ ਸਰਕਾਰ ਹੈ ਜਿਹੜੀ, ਉਹ ਬਹੁਤ ਜ਼ਿਆਦਾ ਇਸ ਮਾਮਲੇ ਦੇ ਵਿੱਚ ਧੱਕਾ ਕਰ ਰਹੀ ਹੈ। ਕਿਉਂਕਿ ਦੇਖੋ, ਸੰਵਿਧਾਨਕ ਬੈਂਚ ਬੈਠਾ ਮਾਨਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਵਾਈ.ਡੀ. ਚੰਦਰਚੂੜ ਉਸ ਬੈਂਚ 'ਚ ਸਨ। 5 ਮੈਂਬਰੀ ਜੱਜਿਸ ਦਾ ਬੈਂਚ ਸੀ। ਯੂਨੈਨੀਮਸਲੀ ਫੈਸਲਾ ਕੀਤਾ ਉਹਨਾਂ ਨੇ, ਔਰ ਬਹੁਤ ਹੀ ਚਿੱਟੇ ਚਾਨਣ ਵਰਗਾ ਫੈਸਲਾ ਸੀ ਕਿ ਭਾਈ ਲੈਫਟੀਨੈਂਟ ਗਵਰਨਰ ਦੇ ਕੋਲ ਪਬਲਿਕ, ਪੁਲਿਸ ਐਂਡ ਪ੍ਰਾਪਰਟੀ, ਜ਼ਮੀਨ ਦੇ ਨਾਲ ਸੰਬੰਧਿਤ ਮਾਮਲੇ, ਇਹਨਾਂ ਮਾਮਲਿਆਂ ਦਾ ਅਧਿਕਾਰ ਲੈਫਟੀਨੈਂਟ ਗਵਰਨਰ ਦੇ ਕੋਲ ਹੋਏਗਾ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਜਾਂ ਹੋਰ ਸਾਰੇ ਜਿੰਨੇ ਵੀ ਸਰਕਾਰ ਦੇ ਕਾਰਜ ਨੇ ਉਹਨਾਂ ਦਾ ਸਾਰਾ ਅਧਿਕਾਰ, ਜਿਵੇਂ ਤੁਸੀਂ ਦੱਸਿਆ ਆਲਾ ਅਫਸਰਾਂ ਦੇ ਤਬਾਦਲਿਆਂ ਦੀ ਗੱਲ ਜਿਹੜੀ ਚਿਰਾਂ ਤੋਂ ਲਟਕਦੀ ਆ ਰਹੀ ਸੀਗੀ, ਤਾਂ ਉਹ ਅਧਿਕਾਰ ਜਿਹੜੇ ਆ ਉਹ ਦਿੱਲੀ ਦੀ ਚੁਣੀ ਹੋਈ ਸਰਕਾਰ ਦੇ ਹੋਣਗੇ। ਬਹੁਤ ਚਾਨਣ ਵਰਗਾ ਫੈਸਲਾ ਸੀ, ਕਿਉਂਕਿ ਉਹ ਕਹਿੰਦੇ ਸੀ ਕਿ ਇਹ ਲੋਕਾਂ ਪ੍ਰਤੀ ਸਰਕਾਰ ਜਵਾਬਦੇਹ ਆ, ਲੈਫਟੀਨੈਂਟ ਗਵਰਨਰ ਜਵਾਬਦੇਹ ਨਹੀਂ ਆ, ਉਹ ਤਾਂ ਸੈਂਟਰ ਦਾ ਥੋਪਿਆ ਹੋਇਆ ਹੈ। ਸਰਕਾਰ ਲੋਕਾਂ ਦੀ ਚੁਣੀ ਹੋਈ ਹੈ ਔਰ ਲੋਕਾਂ ਪ੍ਰਤੀ ਜਵਾਬਦੇਹ ਸਰਕਾਰ ਆ, ਤੇ ਜਿਹੜੇ ਅਧਿਕਾਰੀ ਆ ਉਹ ਸਰਕਾਰ ਪ੍ਰਤੀ ਜਵਾਬਦੇਹ ਹੋਣਗੇ, ਲੈਫਟੀਨੈਂਟ ਗਵਰਨਰ ਪ੍ਰਤੀ ਜਵਾਬਦੇਹ ਨਹੀਂ ਹੋਣਗੇ। ਕਿਉਂਕਿ ਸਰਕਾਰ ਕੋਲੋਂ ਲੋਕਾਂ ਨੇ ਪੁੱਛਣਾ, ਉਹਨਾਂ ਦੇ ਕੰਮ ਮੜੇ ਹੋਏ ਸੀ, ਔਰ ਹਰ ਮਾਮਲੇ ਦੇ ਵਿੱਚ ਲੈਫਟੀਨੈਂਟ ਗਵਰਨਰ ਅੜਿੱਕਾ ਪਾ ਦਿੰਦਾ ਸੀ। ਹਰ ਮਾਮਲੇ ਦੇ ਵਿੱਚ ਅੜਿੱਕਾ ਪਾਉਣਾ ਹੀ ਪਾਉਣਾ, ਹਰ ਮਾਮਲੇ 'ਚ ਅੜਿੱਕਾ ਪਾਉਣਾ ਹੀ ਪਾਉਣਾ। ਔਰ ਫਿਰ ਤੁਸੀਂ ਦੇਖਿਆ ਹੋਣਾ ਕਿ ਇੱਕ ਵਾਰੀ ਤਾਂ ਦਿੱਲੀ ਇਹਨਾਂ ਨੂੰ ਧਰਨਾ ਹੀ ਮਾਰਨਾ ਪੈ ਗਿਆ ਉਹਦੇ ਦਫ਼ਤਰ ਦੇ ਬਾਹਰ ਜਾ ਕੇ, ਹੈ ਨਾ। ਇੱਥੋਂ ਤੱਕ ਮਤਲਬ ਨੌਬਤ ਆ ਗਈ ਕਿ ਤਲਖ ਹੋਣਾ ਪੈ ਗਿਆ ਅਰਵਿੰਦ ਕੇਜਰੀਵਾਲ ਹੋਰਾਂ ਨੂੰ। ਕਈ ਵਾਰ ਵਿਧਾਨ ਸਭਾ 'ਚ ਤਲਖ ਹੋ ਗਏ ਉਹ, ਯਾਨੀ ਸਰਕਾਰ ਨੂੰ, ਯਾਨੀ ਉਹਨਾਂ ਕੋਲ ਬਰਦਾਸ਼ਤ ਹੀ ਨਹੀਂ ਹੋਇਆ ਕਿ 10 ਸਾਲ ਇਹਨਾਂ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਇੱਥੇ ਰਹਿ ਜਾਏਗੀ, ਸਾਨੂੰ ਵੋਟਾਂ ਇੰਨੀਆਂ ਕੁ ਪੈਣਗੀਆਂ ਵੀ ਅਸੀਂ ਸਰਕਾਰ ਬਣਾਉਣ ਦੇ ਕਾਬਲ ਨਹੀਂ। ਜਿਵੇਂ ਉਹ ਕਾਂਗਰਸ ਮੁਕਤ ਭਾਰਤ ਗਾਈ ਜਾਂਦੇ ਸੀਗੇ, ਪਰ ਕਾਂਗਰਸ ਮੁਕਤ ਤਾਂ ਭਾਰਤ ਹੋਇਆ ਨਹੀਂ। ਹੁਣ ਬੀਜੇਪੀ ਮੁਕਤ ਹੋਣ ਨੂੰ ਫਿਰਨ ਡਿਆ ਆ ਕਰਨਾਟਕਾ ਤੋਂ ਬਾਅਦ, ਸੋ ਉਹਨਾਂ ਨੂੰ ਉਹ ਵੀ ਤੰਗੀ ਹੈ। ਦੂਸਰਾ ਮੈਨੂੰ ਲੱਗਦਾ ਇਹ ਆ ਕਿ ਆਮ ਆਦਮੀ ਪਾਰਟੀ ਤੋਂ ਜਿਵੇਂ ਡਰ ਗਏ ਹੁੰਦੇ ਆ ਸ਼ਾਇਦ, ਇਸ ਤਰੀਕੇ ਦਾ ਜਿਹੜਾ ਤਰੀਕਾਕਾਰ ਹੈ ਉਹ ਅਪਣਾਉਣਾ, ਔਰ ਅਰਵਿੰਦ ਕੇਜਰੀਵਾਲ ਹੋਰਾਂ ਦਾ ਇੱਕ ਪ੍ਰੈਸ਼ਰ ਬਿਲਡ ਕਰਨ ਵਾਸਤੇ ਆਪਣੇ ਹਮਰੁਤਬਾ ਜਿਹੜੇ CM ਨੇ, ਜਿੱਥੇ ਬੀਜੇਪੀ ਦੀ ਗਵਰਨਮੈਂਟ ਨਹੀਂ ਆ, ਨਿਤਿਸ਼ ਕੁਮਾਰ ਜੀ ਉਹਨਾਂ ਨੂੰ ਮਿਲੇ ਔਰ ਉਹਨਾਂ ਨੇ ਭਰੋਸਾ ਦਿੱਤਾ ਕਿ ਭਾਈ ਅਸੀਂ ਤੇਰੇ ਨਾਲ ਆ ਇਸ ਮਾਮਲੇ ਦੇ ਵਿੱਚ। ਸਰਕਾਰ ਆਰਡੀਨੈਂਸ ਲਿਆ ਕੇ ਧੱਕਾ ਕਰ ਰਹੀ ਹੈ, ਦਿੱਲੀ ਦੀ ਚੁਣੀ ਹੋਈ ਸਰਕਾਰ ਨੂੰ ਫੈਸਲੇ ਲੈਣ ਦਾ ਹੱਕ ਮਿਲਣਾ ਚਾਹੀਦਾ ਆ, ਅਸੀਂ ਤੁਹਾਡੇ ਨਾਲ ਆ। ਉਹ ਹੁਣ ਮਮਤਾ ਬੈਨਰਜੀ ਨੂੰ ਮਿਲੇ ਨੇ, ਪੱਛਮੀ ਬੰਗਾਲ ਦੇ
ਚੀਫ ਮਿਨਿਸਟਰ ਨੇ, ਉਹ ਆਪਾਂ ਉਹਨਾਂ ਦੇ ਰੁਤਬੇ ਬਾਰੇ ਵੀ ਜਾਣਦੇ ਹਾਂ ਔਰ ਉਹਨਾਂ ਦਾ ਜ਼ਾਤੀ ਅਖਲਾਕ ਬਾਰੇ ਵੀ ਜਾਣਦੇ ਹਾਂ ਅਸੀਂ, ਉਹ ਕਿਹੋ ਜਿਹੇ ਸ਼ਖਸੀਅਤ ਦੇ ਮਾਲਕ ਨੇ। ਔਰ ਅਰਵਿੰਦ ਕੇਜਰੀਵਾਲ ਹੋਰਾਂ ਨਾਲ ਭਗਵੰਤ ਮਾਨ ਹੋਰੀ, ਆਪਣੇ ਮੁੱਖ ਮੰਤਰੀ ਪੰਜਾਬ ਦੇ, ਰਾਘਵ ਚੱਡਾ ਹੋਰੀ, ਸੰਜੇ ਸਿੰਘ ਹੋਰੀ, ਨਿਤਿਸ਼ਾ ਹੋਰੀ, ਹੋਰ ਇਸ ਤਰ੍ਹਾਂ ਇਹਦੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੀ ਨਾਲ ਹੈ। ਔਰ ਮਮਤਾ ਬੈਨਰਜੀ ਨੇ ਵੀ ਖੁੱਲ੍ਹ ਕੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਅਸੀਂ ਤੁਹਾਡੇ ਨਾਲ ਹਾਂ। ਸਰਕਾਰ, ਕੇਂਦਰ ਸਰਕਾਰ ਇਹ ਧੱਕਾ ਕਰ ਰਹੀ ਹੈ, ਆਰਡੀਨੈਂਸ ਵਾਪਸ ਹੋਣਾ ਚਾਹੀਦਾ। ਜੋ ਕੌਂਸਟੀਟਿਊਸ਼ਨ ਦਾ ਫੈਸਲਾ ਹੈ, ਜੋ ਸੰਵਿਧਾਨ ਦਾ ਫੈਸਲਾ ਹੈ, ਜੋ ਮਾਨਯੋਗ ਸੁਪਰੀਮ ਕੋਰਟ ਦੇ 5 ਜੱਜਿਸ ਦੀ ਬੈਂਚ ਦਾ ਫੈਸਲਾ ਹੈ ਔਰ ਯੂਨੈਨਿਮਸਲੀ ਲਿਆ ਗਿਆ ਫੈਸਲਾ ਆ, ਉਹ ਫੈਸਲਾ ਲਾਗੂ ਹੋਣਾ ਚਾਹੀਦਾ। ਸਰਕਾਰ ਨੂੰ ਹੱਕ ਮਿਲਣੇ ਚਾਹੀਦੇ, ਦਿੱਲੀ ਸਰਕਾਰ ਨੂੰ ਹੱਕ ਮਿਲਣੇ ਚਾਹੀਦੇ। ਅੱਛਾ ਦੇਸਰਾ ਜੀ, ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਕਿ ਦਿੱਲੀ ਕੇਂਦਰੀ ਸ਼ਾਸਤ ਸੂਬਾ ਹੈਗਾ ਤੇ ਦਿੱਲੀ ਇੱਕ ਯੂਟੀ ਹੋਣ ਦੇ ਨਾਂ ਦੇ ਉੱਤੇ ਉਸ ਨੂੰ ਇੱਕ ਸੂਬੇ ਦਾ ਦਰਜਾ ਦੇਣਾ, ਸੂਬਾ ਸਰਕਾਰ ਨੂੰ ਅਥਾਰਟੀਆਂ ਦੇਣਾ, ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਪ੍ਰੋਸੈਸ ਨੂੰ? ਕੀ ਇੱਕ ਕੇਂਦਰੀ ਸ਼ਾਸਤ ਸੂਬੇ ਦੇ ਵਿੱਚ ਸਰਕਾਰ ਜਿਹੜੀ ਚੁਣੀ ਹੋਈ ਹੁੰਦੀ ਹੈ ਉਹਨੂੰ ਅਧਿਕਾਰ ਦਿੱਤੇ ਜਾ ਸਕਦੇ ਨੇ? ਯੈਸ ਆਫ ਕੋਰਸ। ਦੇਖੋ, ਕੇਂਦਰ ਸ਼ਾਸਤ ਪ੍ਰਦੇਸ਼ ਜੇ ਹੈ ਤਾਂ ਉਹਦੇ ਵਿੱਚ ਮੈਂ ਜਿਹੜਾ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਨਾ, ਉਹ ਬਹੁਤ ਸਾਫ਼ ਹੈ। ਉਹਨਾਂ ਨੇ ਤਾਂ ਕੌਂਸਟੀਟਿਊਸ਼ਨ 'ਚ ਰਹਿ ਕੇ ਫੈਸਲਾ ਦੇਣਾ ਹੁੰਦਾ ਨਾ, ਸਾਰੇ ਜੱਜਿਸ ਨੇ। ਸੋ ਉਹਨਾਂ ਨੇ ਕਿਹਾ, ਉਹ ਅੜਿੱਕਾ ਹੀ ਸਾਫ਼ ਕੀਤਾ ਉਹਨਾਂ ਨੇ ਕਿ ਇਹ ਸਮਝਾਇਆ ਹੀ ਆ ਕਿ ਭਾਈ ਤੁਹਾਨੂੰ ਸੰਵਿਧਾਨ ਕਿੱਥੋਂ ਤੱਕ ਹੱਕ ਦਿੰਦਾ ਆ ਲੈਫਟੀਨੈਂਟ ਗਵਰਨਰ ਨੂੰ, ਕਿਉਂਕਿ ਕੇਂਦਰ ਸ਼ਾਸਤ ਪ੍ਰਦੇਸ਼ ਹੈ ਉਹ, ਇਸ ਕਰਕੇ ਉਹਨੂੰ ਕਿੰਨੇ ਕੁ ਅਧਿਕਾਰ ਦੇਣੇ ਆ ਲੈਫਟੀਨੈਂਟ ਗਵਰਨਰ ਨੂੰ, ਔਰ ਸਰਕਾਰ ਨੂੰ ਕਿੰਨੇ ਕੁ ਅਧਿਕਾਰ ਦਿੰਦਾ ਹੈ ਕੌਂਸਟੀਟਿਊਸ਼ਨ। ਉਹਨਾਂ ਨੇ ਉਹੀ ਕਲੀਅਰ ਕੀਤਾ ਹੈ ਕਿ ਇਹ ਚੁਣੀ ਹੋਈ ਸਰਕਾਰ ਹੈ, ਉਹ ਚਾਹੇ ਕੇਂਦਰ ਸ਼ਾਸਤ ਪ੍ਰਦੇਸ਼ ਦੀ ਸਰਕਾਰ ਹੈ ਪਰ ਉਹ ਚੁਣੀ ਹੋਈ ਹੈ। ਜਿਵੇਂ ਚੰਡੀਗੜ੍ਹ ਹੈ, ਜਿਸ ਵੇਲੇ ਉਹ ਸਾਰੀ ਕਾਰਪੋਰੇਸ਼ਨ ਚੁਣੀ ਜਾਂਦੀ ਹੈ ਨਾ, ਤਾਂ ਉਹ ਚੁਣਿੰਦਾ ਹੋ ਜਾਂਦੀ ਹੈ, ਤਾਂ ਉਹ ਲੋਕਾਂ ਦੀ ਸਰਕਾਰ ਹੁੰਦੀ ਆ। ਔਰ ਉਹ ਲੋਕਾਂ ਦੀ ਸਰਕਾਰ ਨੂੰ ਲੋਕਾਂ ਦੇ ਫੈਸਲੇ, ਪ੍ਰਸ਼ਾਸਨਿਕ ਅਧਿਕਾਰੀਆਂ ਦੇ ਫੈਸਲੇ, ਹੋਰ ਸਾਰੇ ਜਿੰਨੇ ਸਰਕਾਰਾਂ ਨੇ ਕੰਮ ਕਰਨੇ ਹੁੰਦੇ ਆ, ਉਹ ਅਧਿਕਾਰ ਉਹਨਾਂ ਨੂੰ ਹੈ ਹੀ। ਇਹ ਦਿੱਲੀ ਸਰਕਾਰ ਦਾ ਕੌਂਸਟੀਟਿਊਸ਼ਨਲ ਰਾਈਟ ਹੀ ਹੈ। ਪਰ ਮੁੜ ਕੇ ਜਿਹੜੀਆਂ ਚੋਰ ਮਰੋੜੀਆਂ ਹੁੰਦੀਆਂ, ਜਿਵੇਂ ਹੁਣ ਆਰਡੀਨੈਂਸ ਲੈ ਆਂਦਾ, ਉਹ ਕਿਉਂਕਿ ਹਰ ਕਾਨੂੰਨ ਦੇ ਵਿੱਚ ਕੋਈ ਨਾ ਕੋਈ ਐਸੀ ਮਰੋੜੀ ਇਹਨਾਂ ਨੂੰ ਲੱਭਦੀ ਹੈ, ਜਿਹੜੀ ਮਰੋੜੀ ਦੇ ਤਹਿਤ ਇਹ ਦੂਜੇ ਦੀ ਬਾਂਹ ਮਰੋੜ ਲੈਂਦੇ ਨੇ। ਹੁਣ ਬਾਂਹ ਮਰੋੜਨ ਦੇ ਬਰਾਬਰ ਆ ਇਹ, ਧੱਕਾ ਆ, ਮਤਲਬ ਨਿਰਾ ਧੱਕਾ ਹੀ ਹੈ। ਨਹੀਂ ਤਾਂ 5 ਜੱਜਿਸ ਦਾ ਬੈਂਚ ਫੈਸਲਾ ਦੇਵੇ ਯੂਨੈਨਿਮਸਲੀ ਔਰ ਸਰਕਾਰ ਉਹਨੂੰ ਮੰਨਣ ਤੋਂ ਇਨਕਾਰੀ ਹੋ ਜਾਵੇ, ਇਨਕਾਰੀ ਹੋ ਗਈ ਨਾ, ਉਹਨਾਂ ਨੇ ਹੁਣ ਆਪਣਾ ਦਾ ਖੇਡ ਲਿਆ। ਸੋ ਮੈਨੂੰ ਲੱਗਦਾ ਇਹ ਹੈ ਕਿ ਇਹ ਅਧਿਕਾਰ ਹੈ, ਹੱਕ ਹੈ ਉਹਨਾਂ ਦਾ, ਦਿੱਲੀ ਗਵਰਨਮੈਂਟ ਦਾ ਹੱਕ ਹੈ ਔਰ ਦਿੱਲੀ ਗਵਰਨਮੈਂਟ ਨੂੰ ਹੱਕ ਇਹ ਮਿਲਣਾ ਚਾਹੀਦਾ, ਕਿਉਂਕਿ ਲੋਕਾਂ ਦੇ ਕਾਰਜ ਨੇ ਨਾ, ਗਵਰਨਮੈਂਟ ਨੇ ਲੋਕਾਂ ਦੇ ਕਾਰਜ ਕਰਨੇ ਆ। ਅਤੇ ਜੇ ਗਵਰਨਮੈਂਟ ਕੋਲ ਕੋਈ ਅਧਿਕਾਰ ਹੀ ਨਹੀਂ ਆ, ਜੇ ਗਵਰਨਮੈਂਟ ਦੇ ਕੰਮ ਦੇ ਵਿੱਚ ਅੜਿੱਕੇ ਹੀ ਡਾਹੀ ਜਾਣੇ ਆ, ਤੁਸੀਂ ਹੋਰ ਛੱਡੋ। ਇਹ ਕੇਂਦਰ ਸਰਕਾਰ ਦਾ ਰਵੱਈਆ ਤੁਹਾਨੂੰ ਮੈਂ ਦੱਸ ਦਿੰਦਾ। ਆਪਾਂ ਪੰਜਾਬ 'ਚ ਆਉਂਦੇ ਹਾਂ, ਪੰਜਾਬ ਦੇ ਵਿੱਚ ਰਾਜਪਾਲ ਕੋਲ ਜਿਹੜੇ ਹਕੂਕ ਹੀ ਹੈ ਨਹੀਂ। ਉਹ ਮਤਲਬ ਪਹਿਲਾਂ ਕਹਿੰਦਾ ਕਿ ਤੁਸੀਂ ਵਿਧਾਨ ਸਭਾ ਦਾ ਇਜਲਾਸ ਸੱਦ ਲਓ, ਫਿਰ ਉਹਦੇ 'ਤੇ ਰੋਕ ਲਾ ਦਿੰਦਾ, ਨਹੀਂ ਤੁਸੀਂ ਸੱਦ ਨਹੀਂ ਸਕਦੇ। PAU ਦਾ ਲਾਉਣਾ ਚਾਂਸਲਰ, ਵਾਈਸ ਚਾਂਸਲਰ, ਉਹ ਲਾ ਲੈਂਦੇ ਨੇ ਆਪਣੇ ਅਧਿਕਾਰ ਖੇਤਰਾਂ ਦੇ ਉੱਤੇ, ਉਹ ਰੋਕ ਲਾ ਦਿੰਦਾ ਹੈ। ਯਾਨੀ ਸਰਕਾਰ ਦੇ, ਇਹ ਤਾਂ ਸੂਬਾ ਆ ਨਾ, ਇਹ ਤਾਂ ਕੇਂਦਰ ਸ਼ਾਸਤ ਪ੍ਰਦੇਸ਼ ਨਹੀਂ ਹੈ, ਇਹ ਤਾਂ ਪੂਰਾ ਸੂਬਾ ਆ। ਅਤੇ ਗਵਰਨਰ ਨੂੰ ਪਤਾ ਹੋਣਾ ਚਾਹੀਦਾ ਵੀ ਕਿ ਇਹ ਚੁਣੀ ਹੋਈ ਸਰਕਾਰ ਨੇ ਕੰਮ ਜਿਹੜੇ ਕਰਨੇ ਆ, ਤੁਸੀਂ ਅੜਿੱਕੇ ਨਹੀਂ ਡਾਹ ਸਕਦੇ। ਅੱਛਾ, ਫਿਰ ਉਹ ਕੀ ਤੁਰ ਪਿਆ ਆ ਸਰਹੱਦੀ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਮਿਲਣ, ਆਖੇ ਜੀ ਇਹ ਜਾਗਰੂਕਤਾ ਮੁਹਿੰਮ ਮੈਂ ਚਲਾਉਣੀ ਆ ਨਸ਼ਿਆਂ ਦੇ ਖਿਲਾਫ। ਆ ਸਾਰੇ ਦੇ ਸਾਰਾ ਬਾਰਡਰ ਏਰੀਆਜ਼ ਦੇ ਵਿੱਚ ਪਹਿਲਾਂ ਹੀ BSF 50-50 ਕਿਲੋਮੀਟਰ ਉਰੇ ਨੂੰ ਕਰ ਲਈ ਆ ਕੇਂਦਰ ਸਰਕਾਰ ਨੇ, ਬਾਰਡਰ ਦਾ ਕਹਿ ਕੇ। ਤਾਂ ਹੈ ਤਾਂ ਪੰਜਾਬ ਨੂੰ ਦਬਾਉਣ ਵਰਗੀਆਂ ਗੱਲਾਂ ਨੇ ਨਾ, ਕਿ ਉਹ ਵੀ ਕੇਂਦਰ ਦੇ 50 ਕਿਲੋਮੀਟਰ ਤੁਸੀਂ ਲਾਓ, ਉੱਥੋਂ ਪੱਟੀ, ਗੁਰਦਾਸਪੁਰ, ਪਠਾਨਕੋਟ, ਫਿਰੋਜ਼ਪੁਰ ਤੱਕ 50 ਕਿਲੋਮੀਟਰ, ਜਦੋਂ ਮਰਜ਼ੀ BSF ਚੱਕ ਕੇ ਲੈ ਜਾਏਗੀ, ਜਿਹਨੂੰ ਮਰਜ਼ੀ ਚੱਕ ਕੇ ਲੈ ਜਾਏਗੀ, ਉਹਨੂੰ ਪੁਲਿਸ ਨੂੰ ਦੱਸਣ ਦੀ ਵੀ ਲੋੜ ਨਹੀਂ। ਅਤੇ ਇਹ ਸਾਡੇ ਗਵਰਨਰ ਸਾਹਿਬ ਉੱਥੇ ਤੁਰ ਪਏ ਨੇ, ਮੈਂ ਜਾਗਰੂਕਤਾ ਮੁਹਿੰਮ ਕਰਨੀ ਹੈ। ਯਾਨੀ ਜਿਹੜੇ ਕੰਮ ਨੇ ਗਵਰਨਰ ਦੇ, ਉਹ ਨਹੀਂ ਸਰਕਾਰਾਂ ਦੇ ਕੰਮਾਂ 'ਚ ਅੜਿੱਕੇ ਪਾਉਣ ਵਾਲੀ ਗੱਲ ਜਿਹੜੀ ਆ। ਤੁਸੀਂ ਪੰਜਾਬ ਤੋਂ ਲਾ ਲਓ ਹੁਣ ਅੰਦਾਜ਼ਾ ਜਿਹੜਾ ਹੈ ਨਾ, ਅਤੇ ਦਿੱਲੀ ਨਾਲ ਤਾਂ ਹੋਰ ਜ਼ਿਆਦਾ ਧੱਕਾ ਕਰਨਗੇ। ਉੱਥੇ ਪੁਲਿਸ ਜੋ ਕਰ ਰਹੀ ਆ ਉਹ ਦੇਖਣ ਵਾਲਾ ਹੈ। ਤੁਸੀਂ ਸਸੋਦੀਆ ਉਹਨਾਂ ਦੇ ਮਾਮਲੇ 'ਚ ਲੈ ਲਓ, ਕੱਲ੍ਹ ਉਹਨਾਂ ਨੂੰ ਅਦਾਲਤ 'ਚ ਲਿਆਂਦਾ ਗਿਆ, ਉਹਨਾਂ ਦੀ ਨਿਆਇਕ ਹਿਰਾਸਤ ਜਿਹੜੀ ਆ ਉਹ ਤਰੀਕ ਖਤਮ ਹੋ ਗਈ ਸੀਗੀ, ਅਦਾਲਤ 'ਚ ਲਿਆਂਦਾ ਗਿਆ। ਉਹ ਮੀਡੀਆ ਦੇ ਨਾਲ ਗੱਲ ਕਰਨ ਲੱਗੇ ਅਤੇ ਪੁਲਿਸ ਵਾਲੇ ਨੇ ਧੌਣੋਂ ਫੜ ਕੇ
ਧਰੂਆ ਉਹਨਾਂ ਨੂੰ, ਯਾਨੀ ਦਿਸ ਇਜ਼ ਵੈਰੀ ਇਨਸਲਟਿੰਗ। ਬਹੁਤ ਜ਼ਿਆਦਾ ਇਹ ਨਿੰਦਣਯੋਗ ਸੀ। ਇਹ ਸਾਰਿਆਂ ਨੇ ਨਿੰਦਿਆ ਵੀ। ਅਰਵਿੰਦ ਕੇਜਰੀਵਾਲ ਹੋਣੀ ਕਹਿੰਦੇ ਅਕਾਵਾਂ ਦਾ ਪਿੱਛੇ ਆਰਡਰ ਆ ਪੁਲਿਸ ਨੂੰ, ਅਕਾਵਾਂ ਨੂੰ ਖੁਸ਼ ਕਰਦੇ ਨੇ। ਸੰਜੇ ਸਿੰਘ ਹੋਰੀ ਕਹਿੰਦੇ ਕਿ ਮਾਨਯੋਗ ਅਦਾਲਤ ਨੂੰ ਇਹਦੇ 'ਤੇ ਸੰਗਿਆਨ ਲੈਣਾ ਚਾਹੀਦਾ ਹੈ। ਔਰ ਬਿਲਕੁਲ ਇਹ ਬਣਦਾ ਆ, ਮਤਲਬ ਇੰਨਾ ਜ਼ਿਆਦਾ ਬਦਸਲੂਕੀ ਉਹਨਾਂ ਨਾਲ ਕੀਤੀ ਗਈ। ਔਰ ਤੁਸੀਂ ਦੇਖਿਆ ਹੋਣਾ ਸਿਸੋਦੀਆ ਹੋਰੀ ਤਾਂ ਜਦੋਂ ਪਹਿਲਾਂ ਮੰਤਰੀ ਬਣੇ ਸੀ, ਸਟਾਰਟਿੰਗ ਦੇ ਵਿੱਚ ਹੀ ਪੁਲਿਸ ਉਹ ਛਾਪੇਮਾਰੀ ਕੀਤੀ ਸੀ ਉਹਨਾਂ ਨੇ। ਕੋਈ ਨਜਾਇਜ਼ ਧੰਦੇ ਹੁੰਦੇ ਸੀ ਜਿੱਥੇ, ਉੱਥੇ ਪੁਲਿਸ ਨੇ ਉਹਨਾਂ ਹੱਥ ਖੜੇ ਕਰਦੇ, ਕਹਿੰਦੇ ਹੂ ਆਰ ਯੂ, ਅਸੀਂ ਤੇਰੇ ਅੰਡਰ ਨਹੀਂ ਆਉਂਦੇ, ਤੂੰ ਸਾਨੂੰ ਹੁਕਮ ਨਹੀਂ ਚਾੜ ਸਕਦਾ, ਅਸੀਂ ਲੈਫਟੀਨੈਂਟ ਗਵਰਨਰ ਦੇ ਅੰਡਰ ਆਉਂਦੇ ਹਾਂ। ਪੁਲਿਸ ਨੇ ਉਦੋਂ ਵੀ ਇਨਸਲਟ ਕੀਤਾ ਸੀ ਸਿਸੋਦੀਆ ਹੋਰਾਂ ਨੂੰ, ਕੱਲ੍ਹ ਫੇਰ ਕੀਤਾ। ਔਰ ਫਿਰ ਕਹਿੰਦੇ ਜੀ ਇਹ ਕੂੜ ਪ੍ਰਚਾਰ ਹੈ, ਪੁਲਿਸ ਕਹਿੰਦੀ। ਇਹਨਾਂ ਨਾਲ ਕੁਛ ਨਹੀਂ ਕੀਤਾ ਗਿਆ, ਕਿਉਂਕਿ ਇਹ ਕਾਨੂੰਨਨ ਤੌਰ ਦੇ ਉੱਤੇ ਨਿਆਇਕ ਹਿਰਾਸਤ 'ਚ ਜਿਹੜਾ ਹੋਵੇ ਮੁਲਜ਼ਮ, ਉਹਨੂੰ ਉਹ ਮੀਡੀਆ ਨਾਲ ਗੱਲ ਨਹੀਂ ਕਰ ਸਕਦਾ। ਇਸ ਕਰਕੇ ਓਬੀਅਸਲੀ ਅਖੇ ਪੁਲਿਸ ਵਾਲੇ ਨੇ ਜੋ ਕੀਤਾ ਉਹ ਹੋਣਾ ਹੀ ਸੀ, ਉਹਨੂੰ ਪਰੇ ਨੂੰ ਕਰਨਾ ਹੀ ਕਰਨਾ ਪੈਣਾ ਸੀਗਾ ਕਿ ਉਹ ਇਹ ਗੈਰ ਕਾਨੂੰਨੀ ਹੈ। ਸੋ ਇਹ ਕੂੜਾ ਪ੍ਰਚਾਰ ਕਰਨ ਡਏ ਨੇ। ਪੁਲਿਸ ਨੇ ਕੋਈ ਵਧੀਕੀ ਨਹੀਂ ਕੀਤੀ, ਕੋਈ ਵਾਦੇ ਖਲਾਕੀ ਵਾਲੀ ਗੱਲ ਨਹੀਂ ਹੋਈ। ਉਹ ਆਰਾਮ ਨਾਲ ਹੀ ਪੁਲਿਸ ਇੱਕ ਪਾਸੇ ਬਹਿ ਗਈ ਆ, ਜਿੰਨਾ ਮਰਜ਼ੀ ਰੌਲਾ ਪਾ ਜਾਏ। ਹੈ ਤਾਂ ਧੱਕਾ ਹੀ, ਹੈ ਤਾਂ ਧੱਕਾ ਹੀ ਆ ਨਾ, ਸਰੇ ਸਰ ਧੱਕਾ ਆ। ਉਹ ਅਜੇ ਦੋਸ਼ ਸਾਬਤ ਹੋਣਗੇ, ਖਰਿਆ ਹੁੰਦੇ ਆ ਨਹੀਂ ਹੁੰਦੇ, ਤੁਹਾਡਾ ਪੋਲੀਟੀਕਲ ਏਜੰਡਾ ਹੋਏਗਾ ਤੁਸੀਂ, ਬਟ ਤੁਸੀਂ ਇਨਸਲਟ ਕਰਵਾਉਣੀ ਹੈ। ਸੋ ਇਹ ਜਿਹੜਾ ਧੱਕਾ ਹੈ ਨਾ, ਮੈਨੂੰ ਕਈ ਵਾਰ ਮੈਂ ਦੇਖਦਾ, ਮੈਂ ਕਿਹਾ ਚਲੋ ਹੋਣਗੇ ਸਾਡੇ ਇਖਤਿਲਾਫ ਵੀ ਹੋਣਗੇ ਆਮ ਆਦਮੀ ਪਾਰਟੀ ਵਾਲਿਆਂ ਨਾਲ, ਉਹਨਾਂ ਦੀ ਸੋਚ ਨਾਲ, ਉਹਨਾਂ ਦੀਆਂ ਨੀਤੀਆਂ ਨਾਲ ਕਿਤੇ ਕੰਟਰਾਡਿਕਸ਼ਨ ਵੀ ਹੋਏਗੀ ਕਿ ਭਾਈ ਇਹ ਆਹ ਠੀਕ ਕਰਦੇ, ਆਹ ਗਲਤ ਕਰਦੇ, 100 ਹੋਣਗੇ। ਪਰ ਜੋ ਕੇਂਦਰ ਕਰ ਰਿਹਾ ਉਹ ਸਰਾਸਰ ਧੱਕਾ ਹੈ। ਉਹ ਇਹਨਾਂ ਦੀ ਲੀਡਰਸ਼ਿਪ ਨਾਲ ਵੀ ਧੱਕਾ ਹੈ, ਇਹਨਾਂ ਦੀ ਸਰਕਾਰ ਨਾਲ ਵੀ ਧੱਕਾ ਹੈ। ਔਰ ਉਹ ਮਤਲਬ ਮੰਦਭਾਗੀ ਘਟਨਾ ਸੀ ਕੱਲ੍ਹ ਜਿਹੜੀ ਅਦਾਲਤ ਦੇ ਉੱਥੇ ਵਾਪਰੀ ਆ। ਉਹਨਾਂ ਨੂੰ ਨਿਆਇਕ ਹਿਰਾਸਤ ਦੀ ਡੇਟ ਲੈਂਦਿਆਂ ਦੇ ਵੇਲੇ ਪੁਲਿਸ ਨੇ ਜੋ ਉਹਨਾਂ ਦੇ ਨਾਲ ਬਦਤਮੀਜ਼ੀ ਕੀਤੀ, ਮੈਂ ਤਾਂ ਸ਼ਬਦ ਵਰਤੂੰਗਾ, ਉਹਨਾਂ ਨੇ ਬਹੁਤ ਜ਼ਿਆਦਾ ਬਦਤਮੀਜ਼ੀ ਸੀ। ਉਹ ਵਾਇਰਲ ਹੋਈ, ਨਤੀਸ਼ਾ ਨੇ ਵਾਇਰਲ ਕੀਤੀ ਆ ਉਹ ਸੋਸ਼ਲ ਮੀਡੀਆ ਦੇ ਉੱਤੇ, ਵੀਡੀਓ ਵੀ ਪਾ ਦਿੱਤੀ ਆ। ਉਹ ਤੁਹਾਨੂੰ ਦੇਖ ਕੇ ਹੀ ਲੱਗਦਾ ਕਿ ਨਹੀਂ ਇਹ ਧੱਕਾ ਕਰ ਰਹੀ ਪੁਲਿਸ। ਅੱਛਾ, ਤੁਸੀਂ ਹੁਣੀ ਗੱਲ ਕਰ ਰਹੇ ਸੀ, ਉਸ ਵਿੱਚ ਤੁਸੀਂ ਕਿਹਾ ਕਿ ਕੇਂਦਰ ਸਰਕਾਰ ਆਮ ਆਦਮੀ ਪਾਰਟੀ ਤੋਂ ਡਰੀ ਹੋਈ ਹੈ। ਕਿਹੜੇ ਨੁਕਤੇ ਨੇ, ਕਿਸ ਵਾਸਤੇ, ਕਾਹਦਾ ਡਰ ਪੈ ਗਿਆ ਕੇਂਦਰ ਸਰਕਾਰ ਨੂੰ, ਜਿਹੜਾ 2014 ਤੋਂ ਰਾਜ ਕਰਦੀ ਆ ਰਹੀ ਹੈ, ਹੁਣ ਆ ਕੇ ਕਿਸ ਚੀਜ਼ ਦਾ ਡਰ ਪੈ ਗਿਆ? ਦੇਖੋ, ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਉਹਨਾਂ ਨੇ 2 ਜਗ੍ਹਾ 'ਤੇ ਤਾਂ ਆਪਣਾ ਰਾਜ ਕਾਇਮ ਕਰ ਲਿਆ। ਦਿੱਲੀ 'ਚ ਕਰ ਲਿਆ, ਪੰਜਾਬ 'ਚ 92 MLA ਲੈ ਕੇ ਆ ਗਏ। ਸੋ ਉਹ ਜਿਵੇਂ ਪੈਰ ਪਸਾਰ ਰਹੇ ਆ, ਉਹ ਕਰਨਾਟਕਾ 'ਚ ਜਾ ਕੇ ਵੀ ਉਹਨਾਂ ਨੇ ਪੰਗਾ ਲਿਆ, ਪੰਜਾਬੀ 'ਚ ਕਹਾਂਗੇ, ਹੈ ਨਾ। ਗੁਜਰਾਤ 'ਚ ਵੀ, ਹਿਮਾਚਲ 'ਚ ਵੀ ਨਹੀਂ ਮਿਲੀਆਂ ਸੀਟਾਂ, ਜੋ ਨੈਸ਼ਨਲ ਪਾਰਟੀ ਬਣ ਗਈ। ਉਹ ਬੜੀ ਤਕਲੀਫ ਹੋਈ। ਹਾਲਾਂਕਿ ਮਮਤਾ ਬੈਨਰਜੀ ਹੋਣਾ ਦੀ ਜਾਂ ਹੋਰ ਬਹੁਤ ਸਾਰੀਆਂ ਈਵਨ ਕਮਿਊਨਿਸਟ ਪਾਰਟੀਆਂ ਵੀ ਨੈਸ਼ਨਲ ਪਾਰਟੀਆਂ ਦਾ ਰੁਤਬਾ ਗਵਾ ਲਿਆ ਉਹਨਾਂ ਨੇ ਆਪਣਾ। ਇਹਨਾਂ ਨੇ ਨੈਸ਼ਨਲ ਪਾਰਟੀ ਬਣਾ ਲਿਆ। ਫਿਰ ਇੱਥੋਂ ਜਲੰਧਰੋਂ ਜ਼ਿਮਨੀ ਚੋਣ ਜਿੱਤ ਕੇ ਚਲੇ ਗਏ, ਬੀਜੇਪੀ ਦੇ ਚੌਥੇ ਨੰਬਰ 'ਤੇ ਪਹੁੰਚ ਗਈ। ਸੋ ਤਕਲੀਫ ਤਾਂ ਹੁੰਦੀ ਆ ਨਾ, ਥੋੜ੍ਹੀ ਇੱਕ ਕਰਕੇ ਵੀ ਜੇ ਇਹ ਵਧਣ ਲੱਗੇ ਤਾਂ ਤਕਲੀਫ ਤਾਂ ਹੁੰਦੀ ਆ। ਮੈਨੂੰ ਲੱਗਦਾ ਅਰਵਿੰਦ ਕੇਜਰੀਵਾਲ ਹੋਰਾਂ ਦੀ ਰਾਜਨੀਤੀ ਤੋਂ ਇਹ ਡਾਢਾ ਪਰੇਸ਼ਾਨ ਨਜ਼ਰ ਆ ਰਹੇ ਨੇ, ਔਰ ਦਿੱਲੀ 'ਤੇ 10 ਸਾਲ ਦਾ ਕਬਜ਼ਾ ਜਿਹੜਾ, ਔਰ ਦਿੱਲੀ ਦੇ ਲੋਕਾਂ ਦਾ ਅਜੇ ਵੀ ਵਿਸ਼ਵਾਸ ਲਗਭਗ ਬਣਿਆ ਜਿਹਾ ਹੋਇਆ, ਜਿਹੋ ਜਿਹਾ ਨਜ਼ਰ ਆ ਰਿਹਾ ਆ। ਅਤੇ ਖਤਰਾ ਤਾਂ ਹੈ ਹੀ। ਫਿਰ ਜੇ ਦਿੱਲੀ ਹੱਥੋਂ ਨਿਕਲੀ ਰਹੀ ਤਾਂ ਜਾਣਗੇ ਕਿੱਥੇ। ਉਹ ਦਿੱਲੀ ਦੇ ਲੋਕਾਂ ਨੇ ਵੀ ਕਾਫੀ ਕਰਾਰੀ ਹਾਰ ਦਿੱਤੀ ਸੀ। ਪੰਜਾਬ 'ਚ ਤਾਂ ਹਾਰ ਦੇਖਣੀ ਪੈਣੀ ਹੈ। ਜੇ ਕਹਿ ਰਹੇ ਆ ਅਸੀਂ ਅਕਾਲੀਆਂ ਨਾਲ ਗੱਠਜੋੜ ਨਹੀਂ ਕਰਨਾ, ਅਕਾਲੀਆਂ ਨੇ ਵੀ ਕੱਲ੍ਹ ਕਿਹਾ ਪਰਸੋਂ ਕਿ ਗੱਠਜੋੜ ਨਹੀਂ ਕਰਨਾ। ਜਿਸ ਵੇਲੇ ਕੈਪਟਨ ਅਮਰਿੰਦਰ ਸਿੰਘ ਹੋਰੀ ਮਿਲਣ ਗਏ ਸੁਖਬੀਰ ਬਾਦਲ ਹੋਰਾਂ ਕੋਲ, ਅਫਸੋਸ ਕਰਨ ਗਏ, ਉਸ ਤੋਂ ਬਾਅਦ ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਉਹ ਅਟਕਲ ਪੱਚੂ ਲੱਗਣ ਲੱਗ ਪਏ ਸੀਗੇ ਵੀ ਸ਼ਾਇਦ ਬੀਜੇਪੀ ਕਰਕੇ ਗਏ ਨੇ ਕੈਪਟਨ ਸਾਹਿਬ ਉਹਨਾਂ ਨੂੰ ਮਿਲਣ, ਕੋਈ ਗੰਢ ਚਿਤਰਾਵਾ ਹੋ ਰਿਹਾ, ਕੋਈ ਕੋਲੀਸ਼ਨ ਦੀ ਗੱਲ ਚੱਲ ਰਹੀ ਹੈ ਜਾਂ ਕੋਈ ਪੋਲੀਟੀਕਲ ਏਜੰਡਾ ਹੋਏਗਾ। ਤਾਂ ਉਹਨਾਂ ਨੇ ਕਿਹਾ ਕਿ ਪੋਲੀਟੀਕਲ ਏਜੰਡਾ ਨਹੀਂ ਸੀ, ਅਸੀਂ ਬੀਜੇਪੀ ਨਾਲ ਰਲ ਕੇ ਸਮਝੌਤਾ ਕਰਕੇ ਚੋਣਾਂ ਨਹੀਂ ਲੜਨੀਆਂ, ਇਕੱਲੇ ਲੜਾਂਗੇ। ਬੀਜੇਪੀ ਦੇ ਹਰਦੀਪ ਪੁਰੀ ਹੋਰੀ ਕਹਿੰਦੇ ਕਿ ਅਸੀਂ ਇਕੱਲੇ ਹੀ ਚੋਣਾਂ ਲੜਾਂਗੇ। ਪਰ ਤੁਸੀਂ ਦੇਖ ਲਿਓ ਪੰਜਾਬ ਦੇ ਵਿੱਚ ਜੇ ਗੱਠਜੋੜ ਨਾ ਹੋਇਆ, ਮਾਰ ਖਾਣਗੇ, ਕਰਨਾ ਹੀ ਪੈਣਾ ਇਹਨਾਂ ਨੂੰ, ਇਹਨਾਂ ਦੀ ਮਜਬੂਰੀ ਹੋ ਜਾਣੀ। ਸੋ ਦੈਟਸ ਵਾਈ ਆਈ ਥਿੰਕ ਉਹਨਾਂ ਨੂੰ ਪਿੱਛੂ ਪਏ ਹੋਏ ਨੇ। ਅੱਛਾ, ਆਰਡੀਨੈਂਸ ਦੀ ਗੱਲ ਕਰਦੇ ਹਾਂ। ਆਰਡੀਨੈਂਸ ਹੁਣ ਜਿਹੜਾ ਲਾਗੂ ਹੋਇਆ ਹੈ, ਲਿਆਂਦਾ ਗਿਆ, ਆਰਡੀਨੈਂਸ ਨੂੰ ਕਾਨੂੰਨ ਬਣਾਉਣ ਵਾਸਤੇ ਰਾਜ ਸਭਾ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਵੋਟ 'ਤੇ ਵੋਟਾਂ ਪੈਣਗੀਆਂ।
ਉਦੋਂ ਤੱਕ ਦੇ ਹਾਲਾਤ ਕਿਸ ਤਰ੍ਹਾਂ ਦੇਖ ਰਹੇ ਹੋ? ਕਿਉਂਕਿ ਇੱਕ ਪਾਸੇ ਤਾਂ ਅਰਵਿੰਦ ਕੇਜਰੀਵਾਲ ਨੇ ਆਪਣੇ ਨਾਲ ਟੀਮ ਬਟੋਰਨੀ ਸ਼ੁਰੂ ਕਰ ਲਈ ਹੈ, ਆਪਣੇ ਨਾਲ ਬਾਕੀ ਸੂਬਿਆਂ 'ਚ ਜਾਣਾ ਸ਼ੁਰੂ ਕਰਦਾ। ਕਿਸ ਤਰ੍ਹਾਂ ਦੇ ਹਾਲਾਤ ਦੇਖ ਰਹੇ ਹੋ ਕਿ ਆਉਣ ਵਾਲੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੱਧ ਸਕਦੇ? ਧੱਕਾ ਕਰਦੇ ਨੇ, ਧੱਕਾ ਕਰ ਲੈਣਗੇ। ਉਹ ਤਾਂ ਵੋਟਾਂ ਵੀ ਪਵਾਉਂਦੇ ਨਹੀਂਗੇ ਉੱਤੇ, ਓਰਲੀ ਕਹਾ ਕੇ ਹੋ ਗਿਆ ਕਰੀ ਜਾਂਦੇ ਆ ਪਾਰਲੀਮੈਂਟ ਦੇ ਵਿੱਚ, ਕਿਉਂਕਿ ਮੈਜੋਰਿਟੀ ਹੈ ਉਹਨਾਂ ਦੀ। ਸੋ ਉਹ ਧੱਕਾ ਹੀ ਕਰਨਗੇ। ਅਰਵਿੰਦ ਕੇਜਰੀਵਾਲ ਹੋਣੀ ਹਾਰੇ ਦਾ ਨਿਆਂ ਕਹਿ ਲਓ ਜਾਂ ਇੱਕ ਦਬਾਅ ਤਾਂ ਪਾ ਰਹੇ ਨੇ ਉਹ, ਪਰ ਮੈਨੂੰ ਨਹੀਂ ਲੱਗਦਾ ਉਹ ਜਿਸ ਤਰੀਕੇ ਦਾ ਉਹਨਾਂ ਦਾ ਐਟੀਟਿਊਡ ਹੈ, ਸਰਕਾਰ ਚਲਾਉਣ ਦਾ ਜਿਹੜਾ ਐਟੀਟਿਊਡ ਹੈ, ਡਿਕਟੇਟਰਾਨਾ ਜਿਹਾ ਐਟੀਟਿਊਡ ਹੈ ਜਿਹੜਾ ਮੋਦੀ ਸਾਹਿਬ ਤੇ ਅਮਿਤ ਸ਼ਾਹ ਜੀ ਦਾ, ਉਹ ਜਿਹੜਾ ਉਹ ਉਸ ਮਤਲਬ ਕਿਉਂਕਿ ਪਿਛਲੇ 10 ਸਾਲ ਤਾਂ ਇਹਨਾਂ ਨੂੰ ਵੀ ਹੋ ਗਿਆ ਨਾ, ਤਾਂ ਅਸੀਂ ਐਟੀਟਿਊਡ ਦੇਖ ਲੈਂਦੇ ਹਾਂ, ਨੋਟ ਕਰ ਲੈਂਦੇ ਹਾਂ। ਇਹ ਹੁੰਦਾ ਨਹੀਂ ਕਿ ਐਟੀਟਿਊਡ ਅਜੇ 2 ਮਹੀਨੇ ਹੋਏ ਆ, ਦੇਖ ਲੈਂਦੇ ਹਾਂ ਯਾਰ ਕਿਹੋ ਜਿਹਾ ਐਟੀਟਿਊਡ ਅਪਣਾਉਂਦੇ ਆ, ਲੋਕਾਂ ਨੂੰ ਕਿਹੋ ਜਿਹਾ ਰਿਸਪੌਂਸ ਆਉਂਦਾ ਕੀ ਨਹੀਂ ਆ। ਸੋ ਧੱਕਾ ਹੀ ਹੋਣਾ ਦਿੱਲੀ ਦੇ ਨਾਲ, ਮੈਨੂੰ ਲੱਗਣ ਇਹ ਡਿਆ ਆ। ਹੋਣਾ ਨਹੀਂ ਚਾਹੀਦਾ ਪਰ ਇਹ ਧੱਕਾ ਕਰਨਗੇ। ਧੱਕਾ ਆਰਡੀਨੈਂਸ ਲਿਆ ਕੇ ਧੱਕਾ ਕਰਤਾ, ਦੱਸ ਦਿੱਤਾ ਉਹਨਾਂ ਨੇ ਵੀ ਭਾਈ ਤੁਹਾਨੂੰ ਨਹੀਂ ਦੇਣੇ ਹਕੂਕ, ਜੋ ਮਰਜ਼ੀ ਹੋ ਜਾਵੇ। ਸੋ ਦੇਖਦੇ ਆ, ਕੇਜਰੀਵਾਲ ਹੋਣੀ ਸੰਘਰਸ਼ ਕਰ ਰਹੇ ਨੇ, ਇਹ ਵੀ ਚੰਗਾ ਲੱਗਾ ਮੈਨੂੰ। ਠੀਕ ਹੈ, ਲੜਨਾ ਚਾਹੀਦਾ ਆਪਣੇ ਹੱਕਾਂ ਲਈ, ਆਪਣੇ ਲੋਕਾਂ ਦੇ ਹੱਕਾਂ ਲਈ, ਸਰਕਾਰ ਦੇ ਹੱਕਾਂ ਲਈ। ਜੇ ਸਰਕਾਰ ਨੂੰ ਹੀ ਕੋਈ ਹੱਕ ਹੈ ਨਹੀਂ, ਲੋਕਾਂ ਨੂੰ ਕਿਹੜੇ ਹੱਕ ਲੈ ਕੇ ਦੇਣਗੇ? ਸੋ ਹੈ ਧੱਕਾ ਪਰ ਕਰਨਗੇ। ਦੇਖਦੇ ਆ ਤਦੋਂ ਤੱਕ। ਕੇਜਰੀਵਾਲ ਹੋਰਾਂ ਨੂੰ ਹੋਰ ਪਾਸੇ ਲਾਤਾ ਉਹਨਾਂ ਨੇ, ਦਿੱਲੀ ਦੇ ਕੰਮਾਂ ਤੋਂ ਧਿਆਨ ਭਟਕਿਆ ਰਹੂਗਾ ਔਰ ਉਹ ਇੱਧਰ ਉੱਧਰ ਤੁਰੇ ਫਿਰਨਗੇ। ਦੇਖੋ ਕਿਸੇ ਵੀ ਸਰਕਾਰ ਦੇ ਮੁੱਖ ਮੰਤਰੀ ਨੂੰ ਤੁਸੀਂ 2-4-5 ਦਿਨ ਲਈ ਡਿਸਟਰਬ ਕਰਦੇ ਹੋ ਨਾ, ਉਹ ਕਈ ਵਰ੍ਹਿਆਂ 'ਤੇ ਜਾ ਪੈਂਦੀ ਆ ਗੱਲ, ਹੈ ਨਾ। ਉਹ ਧਿਆਨ ਕੇਂਦਰਿਤ ਕਰਨਾ ਉਹ ਬਹੁਤ ਜ਼ਰੂਰੀ ਹੋ ਜਾਂਦਾ ਉਹਨਾਂ ਦਾ, ਉੱਥੇ ਧਿਆਨ ਕੇਂਦਰਿਤ ਕਰਨਾ। ਸੋ ਉਹਨਾਂ ਨੇ ਉਹਨਾਂ ਨੂੰ ਡਿਸਟਰਬ ਕੀਤਾ ਹੋਇਆ। ਸੋ ਦਿੱਲੀ ਦੇ ਪਤਾ ਨਹੀਂ ਕਿੰਨੇ ਕੁ ਕੰਮ ਰੁਕੇ ਹੋਣਗੇ ਔਰ ਲੋਕਾਂ ਨੂੰ ਕਿੰਨਾ ਕੁ ਸਹਿਣ ਕਰਨਾ ਪੈ ਰਿਹਾ ਹੋਏਗਾ, ਪਰ ਉਹਨਾਂ ਨੇ ਜੋ ਕਰਨਾ ਹੈ ਉਹ ਕਰ ਰਹੇ। ਤੇ ਜ਼ਰੂਰ ਇੱਕ ਪਾਸੇ ਆਰਡੀਨੈਂਸ ਜਿਹੜੀ ਹੈ ਉਹ ਸਾਹਮਣੇ ਲਿਆਂਦੀ ਗਈ ਹੈ। ਆਰਡੀਨੈਂਸ ਕਾਨੂੰਨ ਬਣਦੀ ਹੈ ਜਾਂ ਨਹੀਂ, ਇਸ ਉੱਤੇ ਚਰਚਾ ਅਜੇ ਬਾਅਦ ਦਾ ਵਿਸ਼ਾ ਹੈ, ਅਜੇ ਉਸ ਦੇ ਵਿੱਚ ਥੋੜਾ ਵਕਫਾ ਹੈਗਾ। ਪਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਜ਼ਰੂਰ ਐਕਟਿਵ ਹੁੰਦੇ ਨਜ਼ਰ ਆ ਰਹੇ ਨੇ। ਅਰਵਿੰਦ ਕੇਜਰੀਵਾਲ ਆਪਣੇ ਨਾਲ ਦੇ ਆਗੂ ਲੈ ਕੇ ਵੱਖ-ਵੱਖ ਸੂਬਿਆਂ 'ਚ ਜਾ ਕੇ ਤੇ ਜਿੱਥੇ ਭਾਜਪਾ ਦਾ ਸ਼ਾਸਨ ਨਹੀਂ ਹੈ ਉੱਥੇ ਜਾ ਕੇ ਉਹਨਾਂ ਦੇ ਮੁੱਖ ਮੰਤਰੀਆਂ ਦੇ ਨਾਲ ਮਿਲਦੇ ਪਏ ਨੇ। ਹੁਣ ਇਹ ਉਹਨਾਂ ਦਾ ਤੋਰਾ ਫੇਰਾ ਕੀ ਰੰਗ ਲਿਆਉਂਦਾ ਹੈ, ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਅਰਵਿੰਦ ਕੇਜਰੀਵਾਲ ਦੇ ਨਾਲ ਆਣ ਕੇ ਖੜਨਗੇ ਬਾਕੀ ਮੁੱਖ ਮੰਤਰੀ, ਬਾਕੀ ਸੂਬਿਆਂ ਦੇ ਮੁੱਖ ਮੰਤਰੀ, ਜਾਂ ਫਿਰ ਅਰਵਿੰਦ ਕੇਜਰੀਵਾਲ ਨੂੰ, ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦਿੱਲੀ ਦੇ ਹੱਕ ਹਕੂਕ ਮਿਲਣਗੇ ਜਾਂ ਫਿਰ ਨਹੀਂ, ਇਹ ਵੀ ਦੇਖਣ ਦੀ ਗੱਲ ਹੈ। ਜੋ ਕੁਝ ਵੀ ਹੋਏਗਾ ਤੁਹਾਨੂੰ ਦੱਸਦੇ ਰਵਾਂਗੇ। ਬਣੇ ਰਹੋ ਵਨ ਇੰਡੀਆ ਪੰਜਾਬੀ ਤੇ। Subscribe to One India channel and never miss an update.